बिस्मिल्लाहिर्रहमानिर्रहीम अस्सलाम वालेकुम। ਅੱਜ ਬਣਾਵਾਂਗੇ ਭਿੰਡੀ। ਬਹੁਤ ਹੀ ਜ਼ਬਰਦਸਤੀ ਤੇ ਆਸਾਨ ਜੀ ਨਵੀਂ ਰੈਸਪੀ ਦੇ ਨਾਲ, ਕਿਉਂਕਿ ਭਿੰਡੀ ਤੇ ਹਰ ਘਰ ਦੇ ਵਿੱਚ ਹੁਣ ਗਰਮੀਆਂ 'ਚ ਬਣਿਆ ਹੀ ਕਰਨੀ ਆ ਤੇ ਕਿਉਂ ਨਾ ਆਪਾਂ ਇਹਨੂੰ ਹਰ ਦਫਾ ਨਵੀਂ ਰੈਸਪੀ ਦੇ ਨਾਲ ਬਣਾਈਏ ਤਾਂ ਕਿ ਬੱਚਿਆਂ ਨੂੰ ਹੋਰ ਵੀ ਜ਼ਿਆਦਾ ਮਜ਼ੇ ਦੀ ਲੱਗੇ। ਅੱਜ ਦੀ ਰੈਸਪੀ ਦੇਖ ਕੇ ਤੁਸੀਂ ਵਾਕਈ ਇਹਨੂੰ ਹਫਤੇ ਵਿੱਚ 5 ਦਿਨ ਬਣਾਉਣ ਦੀ ਕੋਸ਼ਿਸ਼ ਕਰੋਗੇ। ਬਹੁਤ ਹੀ ਜ਼ਬਰਦਸਤੀ ਰੈਸਪੀ ਹੈ ਤੇ ਬਹੁਤ ਹੀ ਮਜ਼ੇ ਦੀ ਲੱਗੇਗੀ, ਤੁਹਾਨੂੰ ਸਾਰਿਆਂ ਨੂੰ ਘਰ ਦੇ ਵਿੱਚ ਬਹੁਤ ਪਸੰਦ ਆਏਗੀ। ਚਲੋ ਦੇਖਦੇ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ। ਅੱਧਾ ਚਮਚ ਆਪਾਂ ਸੁੱਕਾ ਧਨੀਆ ਕੁੱਟਿਆ ਹੋਇਆ ਸ਼ਾਮਿਲ ਕਰ ਦਿੱਤਾ ਵਾ। 2-3 ਪਿੰਚ ਜਿਹੜੀ ਆ ਹਲਦੀ ਦੇ ਸ਼ਾਮਿਲ ਕਰਾਂਗੇ। ਥੋੜ੍ਹੀ ਜਿਹੀ ਇਹਦੇ ਵਿੱਚ ਸੁਰਖ ਮਿਰਚ ਸ਼ਾਮਿਲ ਕਰਾਂਗੇ। ਬਹੁਤ ਜ਼ਿਆਦਾ ਮਸਾਲੇ ਇਹਦੇ ਵਿੱਚ ਆਪਾਂ ਸ਼ਾਮਿਲ ਨਹੀਂ ਕਰਨੇ। ਤੇ ਬਿਲਕੁਲ ਥੋੜ੍ਹਾ ਜਿਹਾ ਇਹਦੇ ਵਿੱਚ ਗਰਮ ਮਸਾਲਾ ਸ਼ਾਮਿਲ ਕਰ ਦਿੱਤਾ ਵਾ ਤੇ ਨਮਕ ਟੇਸਟ ਦੇ ਅਕੋਰਡਿੰਗ ਇਹਦੇ ਵਿੱਚ ਸ਼ਾਮਿਲ ਕਰ ਲਓ। ਤੇ ਹੁਣ ਆਪਾਂ ਇਹਦੇ ਵਿੱਚ ਬੇਸਨ ਸ਼ਾਮਿਲ ਕਰਾਂਗੇ। ਤਕਰੀਬਨ 4 ਤੋਂ 5 ਚਮਚ ਬੇਸਨ ਦੇ ਸ਼ਾਮਿਲ ਕਰਾਂਗੇ। ਤੇ ਮੇਰੇ ਕੋਲ 400 ਗ੍ਰਾਮ ਭਿੰਡੀ ਆ, ਅੱਧਾ ਕਿਲੋ ਤੋਂ ਕਮ ਆ। ਤੇ ਇਹਦੇ ਵਿੱਚ ਮੈਂ 4 ਤੋਂ 5 ਚਮਚ ਜਿਹੜੇ ਆ ਨਾ ਬੇਸਨ ਦੇ ਇਹਦੇ ਵਿੱਚ ਸ਼ਾਮਿਲ ਕਰ ਦਿੱਤੇ ਆ, 5 ਚਮਚ। ਤੇ ਇਹਨੂੰ ਮਿਕਸ ਕਰ ਲਾਂਗੇ ਅੱਛੇ ਤਰੀਕੇ ਨਾਲ। ਤੇ ਹੁਣ ਥੋੜ੍ਹਾ ਜਿਹਾ ਪਾਣੀ ਸ਼ਾਮਿਲ ਕਰਕੇ ਇਹਦਾ ਆਪਾਂ ਬਣਾ ਲਾਂਗੇ ਬੈਟਰ। ਬਹੁਤ ਜ਼ਿਆਦਾ ਰਨੀ ਜਿਹਾ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਬਹੁਤ ਜ਼ਿਆਦਾ ਥਿਕ ਹੋਵੇ ਕਿ ਇਹ ਕੋਟ ਨਾ ਹੋਵੇ। ਮੀਡੀਅਮ ਜੀ ਕੰਸਿਸਟੈਂਸੀ ਦਾ ਆਪਾਂ ਜਿਹੜਾ ਵਾ ਨਾ ਬੈਟਰ ਬਣਾਉਣਾ ਵਾ। ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਇਹਨੂੰ ਤੁਸੀਂ ਬਣਾਉਣਾ ਵਾ, ਇੱਕ ਹੀ ਦਫਾ ਜ਼ਿਆਦਾ ਪਾਣੀ ਸ਼ਾਮਿਲ ਨਹੀਂ ਕਰ ਦੇਣਾ। ਤੁਹਾਨੂੰ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ। ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ। ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਮੇਰੇ ਬਾਕੀ ਦੇ ਚੈਨਲ ਦਾ ਵਿਜ਼ਿਟ ਕਰੋ। ਤੁਹਾਨੂੰ ਵੀਡੀਓਜ਼ ਅੱਛੀਆਂ ਲੱਗਣ ਤੇ ਜ਼ਰੂਰ ਉਹਨਾਂ ਨੂੰ ਵੀ ਲਾਈਕ ਕਰੋ, ਆਪਣੇ ਫੈਮਿਲੀ ਤੇ ਫਰੈਂਡਸ ਦੇ ਵਿੱਚ ਸ਼ੇਅਰ ਕਰੋ। ਜਦੋਂ ਵੀ ਸਬਜ਼ੀ ਬਣਾਓ ਜਾਂ ਕੋਈ ਵੀ ਚੀਜ਼ ਤੇ ਉਹਨੂੰ ਰੈਸਪੀ ਬਦਲ ਕੇ ਬਣਾਇਆ ਕਰੋ ਤਾਂ ਕਿ ਜਿਹੜੀ ਆ ਘਰਦਿਆਂ ਨੂੰ ਪਸੰਦ ਆਵੇ। ਤੇ ਹੁਣ ਆਪਾਂ ਬੈਟਰ ਤਿਆਰ ਕਰ ਲਿਆ ਵਾ ਤੇ ਭਿੰਡੀ ਲੈ ਲਈ ਆ ਕੱਟੀ ਹੋਈ। ਇਹਦੇ ਵਿੱਚ ਉਹ ਬੈਟਰ ਆਪਾਂ ਸ਼ਾਮਿਲ ਕਰ ਦਿਆਂਗੇ। ਅੱਛੇ ਤਰੀਕੇ ਦੇ ਨਾਲ ਇਹਨੂੰ ਕੋਟ ਕਰਾਂਗੇ। ਇਹਦੇ ਨਾਲ ਭਿੰਡੀ ਨੂੰ ਤੁਸੀਂ ਅੱਛੇ ਤਰੀਕੇ ਨਾਲ ਧੋ ਕੇ ਇਹਨੂੰ ਕਿਸੇ ਮਲਮਲ ਦੇ ਕੱਪੜੇ ਦੇ ਨਾਲ ਸਾਫ਼ ਕਰ ਲੈਣਾ ਵਾ। ਉਹਦੀ ਜਿਹੜੀ ਹੈ ਨਾ ਭਿੰਡੀ ਬਿਲਕੁਲ ਖੁਸ਼ਕ ਹੋਣੀ ਚਾਹੀਦੀ ਆ ਜਦੋਂ ਤੁਸੀਂ ਉਹਨੂੰ ਕੱਟੋ। ਨਹੀਂ ਤੇ ਜੇ ਗਿੱਲੀ ਭਿੰਡੀ ਕੱਟੋ ਤੇ ਉਸ ਟਾਈਮ ਵੀ ਫਿਰ ਉਹਦੇ ਵਿੱਚ ਨਾ ਲੇਸ ਜਿਹੜੀ ਆ ਬਹੁਤ ਆਉਣੀ ਸ਼ੁਰੂ ਹੋ ਜਾਂਦੀ ਆ। ਇਸ ਲਈ ਲੇਸ ਤੋਂ ਬਚਣ ਵਾਸਤੇ ਤੁਸੀਂ ਇਹਦਾ ਜਿਹੜਾ ਵਾ ਇਹਨੂੰ ਪਹਿਲੇ ਬਿਲਕੁਲ ਅੱਛੇ ਤਰੀਕੇ ਨਾਲ ਧੋਣ ਤੋਂ ਬਾਅਦ ਡਰਾਈ ਕਰੋ, ਅੱਛੇ ਤਰੀਕੇ ਨਾਲ ਸਾਫ਼ ਕਰੋ, ਫਿਰ ਇਹਦੀ ਕਟਿੰਗ ਕਰੋ। ਕਟਿੰਗ ਤੁਸੀਂ ਆਪਣੀ ਮਰਜ਼ੀ ਦੇ ਨਾਲ ਕੱਟ ਸਕਦੇ ਹੋ, ਵੱਡੇ ਛੋਟੇ ਪੀਸ ਜਿਸ ਤਰ੍ਹਾਂ ਦੇ ਤੁਹਾਡੇ ਘਰ 'ਚ ਪਸੰਦ ਕੀਤੇ ਜਾਂਦੇ ਆ। ਤੇ ਇਹ ਕੋਟਿੰਗ ਕਰਕੇ ਆਪਾਂ ਇਹਨੂੰ ਰੱਖ ਦਿੱਤਾ ਵਾ। 2 ਤੋਂ 3 ਮਿੰਟ ਲੱਗਣਗੇ, ਜਿੰਨੀ ਦੇਰ ਤੱਕ ਆਪਣਾ ਘੀ ਗਰਮ ਹੋਏਗਾ। ਤੇ ਬਸ ਇੰਨਾ ਕੁ ਟਾਈਮ ਆਪਾਂ ਨੂੰ ਚਾਹੀਦਾ ਵਾ, ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਚਾਹੀਦਾ ਇਹਨੂੰ ਕੋਟ ਕਰਨ ਵਾਸਤੇ ਕਿ ਇਹ ਪਈ ਰਵੇ ਮੈਰੀਨੇਟ ਕੀਤੀ ਹੋਈ, ਕਿਉਂਕਿ ਆਪਣਾ ਮਕਸਦ ਇਹ ਨਹੀਂਗਾ ਕਿ ਇਹਨੂੰ ਆਪਾਂ ਮੈਰੀਨੇਟ ਕਰਨਾ ਵਾ। ਬਸ ਇਹਨੂੰ ਆਪਾਂ ਕੋਟਿੰਗ ਹੀ ਕਰਨੀ ਸੀਗੀ ਇਹਦੀ ਬੇਸਨ ਦੀ, ਤਾਂ ਕਿ ਇਹ ਜਿਹੜੀ ਹੈ ਨਾ ਕ੍ਰਿਸਪੀ ਜਿਹੀ ਫਰਾਈ ਹੋ ਜਾਵੇ। ਘੀ ਗਰਮ ਹੋ ਗਿਆ ਵਾ ਤੇ ਘੀ ਦੇ ਵਿੱਚ ਹੁਣ ਆਪਾਂ ਭਿੰਡੀ ਨੂੰ ਡ੍ਰੌਪ ਕਰਾਂਗੇ। ਭਿੰਡੀ ਧਿਆਨ ਨਾਲ ਤੁਸੀਂ ਡ੍ਰੌਪ ਕਰਨੀ ਆ, ਸਾਰੀ ਇੱਕ ਦਫਾ ਇਹਦੇ ਵਿੱਚ ਸ਼ਾਮਿਲ ਨਹੀਂ ਕਰ ਦੇਣੀ। ਚਮਚ ਨਾਲ ਜਾਂ ਹੱਥ ਦੇ ਨਾਲ ਜਿਸ ਤਰ੍ਹਾਂ ਤੁਹਾਨੂੰ ਆਸਾਨ ਲੱਗੇ ਤੁਸੀਂ ਇਹਨੂੰ ਵਿੱਚ ਥੋੜ੍ਹਾ ਜਿਹਾ ਨਾ ਬਖੇਰ ਕੇ ਇਹਦੇ ਵਿੱਚ ਇਹਨੂੰ ਸ਼ਾਮਿਲ ਕਰਨਾ। ਫਿਰ ਵੀ ਜੇ ਕੋਈ ਜੁੜ ਜਾਵੇ ਤਾਂ ਇਹਦਾ ਕੋਈ ਐਸਾ ਇਸ਼ੂ ਨਹੀਂਗਾ। ਜਦੋਂ ਇਹ ਫਰਾਈ ਹੋ ਗਈ ਅੱਛੇ ਤਰੀਕੇ ਨਾਲ ਤੇ ਫਿਰ ਇਹ ਲੈਦਾ ਹੋ ਜਾਏਗੀ। ਲੇਕਿਨ ਇਹ ਵਾ ਕਿ ਜੇ ਤੁਸੀਂ ਬਿਲਕੁਲ ਜ਼ਿਆਦਾ ਇੱਕ ਹੀ ਦਫਾ ਪਾ ਦੋਗੇ ਤੇ ਫਿਰ ਉਹਨੂੰ ਬਾਅਦ ਵਿੱਚ ਲੈਦਾ ਕਰਨਾ ਮੁਸ਼ਕਿਲ ਹੋ ਜਾਏਗਾ। ਜੇ ਉਹ ਜੁੜ ਜਾਏਗੀ ਤੇ ਫਿਰ ਤੁਹਾਨੂੰ ਇਕੱਲਾ ਪੀਸ ਲੈਦਾ ਕਰਨਾ ਪਏਗਾ। ਇਸ ਲਈ ਤੁਸੀਂ ਪਹਿਲੇ ਹੀ ਇਹਤਿਆਤ ਦੇ ਨਾਲ ਇਹਨੂੰ ਸ਼ਾਮਿਲ ਕਰੋ ਇਹਦੇ ਵਿੱਚ, ਤਾਂ ਕਿ ਬਾਅਦ ਦੇ ਵਿੱਚ ਕੋਈ ਟੈਨਸ਼ਨ ਨਾ ਬਣੇ। ਇਹਨੂੰ ਅੱਛੇ ਤਰੀਕੇ ਨਾਲ ਕ੍ਰਿਸਪੀ ਹੋਣ ਤੱਕ ਆਪਾਂ ਫਰਾਈ ਕਰਾਂਗੇ। ਕ੍ਰਿਸਪੀ ਤੁਸੀਂ ਇੰਨੀ ਕੁ ਕਰਨੀ ਹੈ ਕਿ ਬਸ ਕ੍ਰਿਸਪੀਨੈਸ ਆ ਜਾਵੇ, ਲੇਕਿਨ ਬਹੁਤ ਜ਼ਿਆਦਾ ਕਾਲੀ ਨਹੀਂ ਕਰ ਲੈਣੀ, ਸਾੜ ਨਹੀਂ ਲੈਣਾ ਤੁਸੀਂ ਇਹਨੂੰ ਫਰਾਈ ਕਰਦਿਆਂ ਹੋਇਆਂ। ਕੁਛ ਲੋਕ ਕੀ ਕਰਦੇ ਆ, ਭਿੰਡੀ ਨੂੰ ਪਹਿਲੇ ਇੰਨੀ ਜ਼ਿਆਦਾ ਫਰਾਈ ਕਰ ਲੈਂਦੇ ਆ ਕਿ ਉਹਦੀ ਬਾਅਦ ਦੇ ਵਿੱਚ ਸ਼ਕਲ ਦੇਖਣ ਨੂੰ ਵੀ ਦਿਲ ਨਹੀਂ ਕਰਦਾ। ਤੇ ਇਹ ਦੇਖੋ ਮਾਸ਼ਾਅੱਲਾ ਜ਼ਬਰਦਸਤ ਜਿਹਾ ਕ੍ਰਿਸਪੀਪਨ ਵੀ ਇਹਦਾ ਆ ਗਿਆ, ਜ਼ਬਰਦਸਤ ਜਿਹਾ ਗੋਲਡਨ ਕਲਰ ਆ ਗਿਆ ਤੇ ਆਪਾਂ ਇਹਨੂੰ ਕੱਢ ਲਿਆ ਵਾ। ਤੁਸੀਂ ਸਟਾਰਟ ਦੇ ਵਿੱਚ ਦੇਖਿਆ ਹੋਵੇਗਾ ਕਿ ਮੈਂ ਇਹਨੂੰ ਫਿਰ ਬਾਅਦ ਦੇ ਵਿੱਚ ਸ਼ੋਰਬਾ ਲਾ ਕੇ ਤੇ ਉਹਦੇ ਵਿੱਚ ਇਹਨੂੰ ਸ਼ਾਮਿਲ ਕੀਤਾ ਸੀ। ਉਹ ਕਿਸ ਲਈ ਲਾਇਆ ਸੀ ਉਹ ਵੀ ਤੁਹਾਨੂੰ ਅੱਗੇ ਚੱਲ ਕੇ ਦੱਸਾਂਗੇ। ਤੇ ਇਸ ਲਈ ਤੁਸੀਂ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ। ਸਕਿਪ ਕੀਤਿਆਂ ਬਗੈਰ ਵੀਡੀਓਜ਼ ਦੇਖਿਆ ਕਰੋ ਤਾਂ ਕਿ ਤੁਹਾਨੂੰ ਰੈਸਪੀ ਦੀ ਅੱਛੇ ਤਰੀਕੇ ਨਾਲ ਸਮਝ ਆ ਜਾਵੇ ਤੇ ਤੁਹਾਡੇ ਲੱਗੇ ਹੋਏ ਪੈਸੇ ਤੇ ਕੀਤੀ ਹੋਈ ਮਿਹਨਤ ਜਿਹੜੀ ਆ ਬਿਲਕੁਲ ਵੀ ਜ਼ਾਇਆ ਨਾ ਹੋਵੇ, ਦੋਨੇ ਚੀਜ਼ਾਂ ਹੀ ਬਚ ਜਾਣ। ਤੇ ਇੱਕ ਪੂਰਾ ਆਪਾਂ ਕੱਢ ਲਿਆ। ਹੁਣ ਦੂਸਰਾ ਬੈਚ ਵੀ ਇਸੇ ਤਰੀਕੇ ਨਾਲ ਆਪਾਂ ਫਰਾਈ ਕਰ ਲਾਂਗੇ। ਇੰਨੀ ਕੁ ਭਿੰਡੀ ਦੇ ਮੇਰੇ 3 ਬੈਚ ਹੋਏ ਸੀ। ਤੁਸੀਂ ਜਿੰਨੇ 'ਚ ਜੇ ਤੁਸੀਂ ਬਹੁਤ ਜ਼ਿਆਦਾ ਆਇਲ ਸ਼ਾਮਿਲ ਕਰੋਗੇ ਤੇ 2 ਬੈਚ ਵਿੱਚ ਵੀ ਤੁਸੀਂ ਇਹਨੂੰ ਬਣਾ ਸਕਦੇ ਹੋ। ਤੇ ਇਸੇ ਤਰੀਕੇ ਦੇ ਨਾਲ ਆਪਾਂ ਸਾਰੀ ਭਿੰਡੀ ਜਿਹੜੀ ਆ ਉਹਨੂੰ ਫਰਾਈ ਕਰ ਲਾਂਗੇ। ਫਰਾਈ ਕਰਨ ਤੋਂ ਬਾਅਦ ਇਹਨੂੰ ਕੱਢ ਲਾਂਗੇ। ਤੁਹਾਨੂੰ ਵੀਡੀਓ ਜੇ ਅੱਛੀ ਲੱਗ ਰਹੀ ਆ ਤੇ ਜ਼ਰੂਰ ਇਹਨੂੰ ਲਾਈਕ ਕਰੋ ਤੇ ਸ਼ੇਅਰ ਕਰੋ। ਤੇ ਭਿੰਡੀ ਮੈਂ ਸਾਰੀ ਜਿਹੜੀ ਆ ਫਰਾਈ ਕਰ ਲਈ ਆ ਤੇ ਘੀ ਜਿਹੜਾ ਜ਼ਿਆਦਾ ਘੀ ਮੈਂ ਕੱਢ ਦਿੱਤਾ। ਬਸ ਥੋੜ੍ਹਾ ਜਿਹਾ ਨਾਰਮਲ ਜਿੰਨਾ ਹਾਂਡੀ ਵਾਸਤੇ ਆਪਾਂ ਨੂੰ ਘੀ ਚਾਹੀਦਾ ਹੁੰਦਾ ਵਾ ਉਨਾ ਘੀ ਮੈਂ ਰੱਖ ਲਿਆ ਵਾ ਬਰਤਨ ਦੇ ਵਿੱਚ। ਤੇ ਹੁਣ ਆਪਾਂ ਇੱਥੇ ਮਸਾਲਾ ਤਿਆਰ ਕਰਾਂਗੇ। ਘੀ ਨੂੰ ਥੋੜ੍ਹਾ ਜਿਹਾ ਹੀਟ ਹੋਣ ਦੇਵਾਂਗੇ
ਘੀ ਗਰਮ ਹੋ ਜਾਵੇ ਤੇ ਇਹਦੇ ਵਿੱਚ ਪਿਆਜ਼ ਸ਼ਾਮਿਲ ਕਰਾਂਗੇ, ਜਿਹੜੀ ਮੈਂ ਸਲਾਈਸ ਕੱਟ ਕਰਕੇ ਰੱਖੀ ਹੋਈ ਸੀ ਪਹਿਲੇ ਹੀ। ਤੇ ਉਹਨੂੰ ਪਿਆਜ਼ ਨੂੰ ਧੋ ਕੇ ਤੇ ਜਾਲੀ ਵਾਲੀ ਟੋਕਰੀ 'ਚ ਪਾ ਕੇ ਰੱਖ ਦਿਆ ਕਰੋ, ਤਾਂ ਕਿ ਪਾਣੀ ਜਿਹੜਾ ਵਾ ਸਾਰਾ ਅੱਛੇ ਤਰੀਕੇ ਨਾਲ ਡਰਾਈ ਹੋ ਜਾਵੇ। ਜੇ ਪਿਆਜ਼ ਗਿੱਲੀ ਹੋਏਗੀ ਤੇ ਫਿਰ ਨਾ ਉਹਨੂੰ ਫਰਾਈ ਹੁੰਦਿਆਂ ਜ਼ਰਾ ਟਾਈਮ ਲੱਗ ਜਾਂਦਾ ਵਾ। ਤੇ ਪਿਆਜ਼ ਨੂੰ ਫਰਾਈ ਕਰ ਲਾਂਗੇ। ਹੁਣ ਆਪਾਂ ਬਹੁਤ ਜ਼ਿਆਦਾ ਇਹਨੂੰ ਕਲਰ ਨਹੀਂ ਦੇਣਾ ਪਿਆਜ਼ ਨੂੰ, ਬਸ ਥੋੜ੍ਹਾ ਜਿਹਾ ਇਹਨੂੰ ਕਲਰ ਚੇਂਜ ਕਰਨਾ ਵਾ ਇਹਦਾ, ਬਸ ਥੋੜ੍ਹਾ ਜਿਹਾ ਟਰਾਂਸਪੇਰੈਂਟ ਜੀ ਹੋ ਜਾਵੇ। ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਬਾਕੀ ਦੀਆਂ ਚੀਜ਼ਾਂ ਸ਼ਾਮਿਲ ਕਰ ਦਿਆਂਗੇ। ਜੇ ਤੁਸੀਂ ਇੱਥੇ ਤੱਕ ਵੀਡੀਓ ਦੇਖ ਚੁੱਕੇ ਹੋ ਤੇ ਤੁਹਾਨੂੰ ਵੀਡੀਓ ਅੱਛੀ ਵੀ ਲੱਗ ਰਹੀ ਹੈ ਤੇ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ, ਵੀਡੀਓ ਨੂੰ ਸ਼ੇਅਰ ਵੀ ਕਰ ਦਿਓ। ਪਿਆਜ਼ ਆਪਣਾ ਤਕਰੀਬਨ ਡਨ ਹੋ ਗਿਆ ਵਾ। ਭਿੰਡੀ ਮੈਂ ਫਰਾਈ ਕਰਕੇ ਰੱਖੀ ਹੋਈ ਹੈ ਤੇ ਉਹਦੀ ਇੰਨੀ ਜ਼ਬਰਦਸਤ ਜੀ ਖੁਸ਼ਬੂ ਆ ਰਹੀ ਹੈ, ਦਿਲ ਕਰਦਾ ਪਿਆ ਇਸ ਤਰ੍ਹਾਂ ਇਹਨੂੰ ਖਾ ਲਓ। ਜ਼ਰੂਰ ਤੁਹਾਨੂੰ ਘਰ ਦੇ ਵਿੱਚ ਬਹੁਤ ਜ਼ਿਆਦਾ ਦਾਦ ਮਿਲੇਗੀ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਭਿੰਡੀ ਬਣਾਓਗੇ, ਕਿਉਂਕਿ ਭਿੰਡੀ ਦੀਆਂ ਸਾਰੀਆਂ ਰੈਸਪੀਜ਼ ਦੇ ਨਾਲੋਂ ਮੁਖਤਲਿਫ ਰੈਸਪੀ ਆ ਤੇ ਇਸ ਲਈ ਤੁਸੀਂ ਇਹਨੂੰ ਜ਼ਰੂਰ ਟਰਾਈ ਕਰਨਾ ਵਾ। ਤੇ ਪਿਆਜ਼ ਆਪਣਾ ਡਨ ਹੋ ਗਿਆ ਵਾ ਤਾਂ ਥੋੜ੍ਹਾ ਜਿਹਾ ਇਹਦੇ ਵਿੱਚ ਜ਼ੀਰਾ ਸ਼ਾਮਿਲ ਕਰਾਂਗੇ। ਜ਼ੀਰਾ ਮੈਂ ਪਹਿਲੇ ਸ਼ਾਮਿਲ ਨਹੀਂ ਸੀ ਕੀਤਾ ਕਿਉਂਕਿ ਉਦੋਂ ਮੈਂ ਭੁੱਲ ਗਈ ਸੀ ਪਿਆਜ਼ ਤੋਂ ਪਹਿਲੇ ਜ਼ੀਰਾ ਪਾਉਣਾ, ਤੇ ਇਸ ਲਈ ਤੁਸੀਂ ਪਹਿਲੇ ਵੀ ਸ਼ਾਮਿਲ ਕਰ ਸਕਦੇ ਹੋ ਤੇ ਬਾਅਦ ਵਿੱਚ ਸ਼ਾਮਿਲ ਕਰ ਲਓ, ਐਡਾ ਇਸ਼ੂ ਨਹੀਂ ਹੈਗਾ। ਤੇ ਹੁਣ ਲਸਣ ਅਦਰਕ ਕੁੱਟਿਆ ਹੋਇਆ ਤਕਰੀਬਨ 1.5 ਚਮਚ ਇਹਦੇ ਵਿੱਚ ਸ਼ਾਮਿਲ ਕਰ ਦਿਆਂਗੇ, ਇਹਦਾ ਕੱਚਾਪਨ ਖਤਮ ਕਰਾਂਗੇ। ਲਸਣ ਅਦਰਕ ਨੂੰ ਵੀ ਬਹੁਤ ਸਲੋ ਫਲੇਮ 'ਤੇ ਹੀ ਇਹਦਾ ਕੱਚਾਪਨ ਖਤਮ ਕਰਨਾ ਚਾਹੀਦਾ, ਕਿਉਂਕਿ ਲਸਣ ਜਿਹੜਾ ਵਾ ਐਸੀ ਚੀਜ਼ ਹੈ ਇਹਦੇ ਨਾਲ ਬਹੁਤ ਜ਼ਬਰਦਸਤ ਜਿਹਾ ਟੇਸਟ ਜਿਹੜਾ ਖਾਣੇ ਦੇ ਵਿੱਚ ਡਿਵੈਲਪ ਹੁੰਦਾ ਵਾ। ਤੇ ਇਸ ਲਈ ਇਹਨੂੰ ਜਲਾਉਣਾ ਨਹੀਂ ਚਾਹੀਦਾ ਤੇ ਇਹਨੂੰ ਬਿਲਕੁਲ ਹਲਕੀ ਅੱਗ 'ਤੇ ਜਿਹੜਾ ਇਹਦਾ ਕੱਚਾਪਨ ਖਤਮ ਕਰਨਾ ਚਾਹੀਦਾ, ਤਾਂ ਕਿ ਅੱਛਾ ਜਿਹਾ ਇਹਦਾ ਟੇਸਟ ਨਿਕਲੇ। ਸੁੱਕਾ ਧਨੀਆ ਕੁੱਟਿਆ ਹੋਇਆ ਸ਼ਾਮਿਲ ਕਰ ਦਿਆਂਗੇ 1 ਚਮਚ, ਅੱਧਾ ਚਮਚ ਹਲਦੀ ਦਾ ਸ਼ਾਮਿਲ ਕਰ ਦਿੱਤਾ ਵਾ ਤੇ ਸੁਰਖ ਮਿਰਚ 1 ਚਮਚ ਸ਼ਾਮਿਲ ਕਰ ਦਿਆਂਗੇ। ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਸ਼ਾਮਿਲ ਕਰ ਲਿਆ ਜੇ। ਮੇਰੀਆਂ ਮਿਰਚਾਂ ਜਿਹੜੀਆਂ ਇੰਨੀਆਂ ਜ਼ਿਆਦਾ ਤੇਜ਼ ਨਹੀਂ ਹੁੰਦੀਆਂ, ਇਸ ਲਈ ਮੈਨੂੰ ਥੋੜ੍ਹੀ ਜਿਹੀ ਕੁਆਂਟਿਟੀ ਦੇਖਣ ਵਾਲੇ ਨੂੰ ਤਾਂ ਜ਼ਿਆਦਾ ਲੱਗਦੀ ਹੈ, ਲੇਕਿਨ ਉਹ ਮੁਨਾਸਿਬ ਕੁਆਂਟਿਟੀ ਹੁੰਦੀ ਆ। ਤੇ ਹੁਣ ਇਹਦੇ ਵਿੱਚ ਮੈਂ 3 ਟਮਾਟਰ ਜਿਹੜੇ ਆ ਨਾ ਉਹ ਚੌਪ ਕੀਤੇ ਹੋਏ ਸ਼ਾਮਿਲ ਕਰ ਦਿੱਤੇ। ਤੁਸੀਂ ਚਾਹੋ ਤਾਂ ਟਮਾਟਰ ਦਾ ਪੇਸਟ ਬਣਾ ਕੇ ਵੀ ਸ਼ਾਮਿਲ ਕਰ ਲਓ। ਟਮਾਟਰ ਦਾ ਪਾਣੀ ਅੱਛੇ ਤਰੀਕੇ ਦੇ ਨਾਲ ਖੁਸ਼ਕ ਕਰਾਂਗੇ ਤੇ ਨਮਕ ਵੀ ਸ਼ਾਮਿਲ ਕਰ ਦਾਂਗੇ। ਇਸੇ ਸਟੇਜ 'ਤੇ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਨਮਕ ਸ਼ਾਮਿਲ ਕਰ ਲਿਓ। ਮੈਂ ਤਕਰੀਬਨ ਅੱਧਾ ਚਮਚ ਨਮਕ ਦਾ ਸ਼ਾਮਿਲ ਕੀਤਾ ਵਾ। ਮਸਾਲੇ ਨੂੰ ਇੱਥੇ ਆਪਾਂ ਅੱਛੇ ਤਰੀਕੇ ਨਾਲ ਭੁੰਨਣਾ ਵਾ। ਜਿੰਨਾ ਮਸਾਲਾ ਅੱਛੇ ਤਰੀਕੇ ਨਾਲ ਭੁੰਨਾਂਗੇ ਉਨਾ ਹੀ ਜ਼ਬਰਦਸਤ ਆਪਣੇ ਸਾਲਨ ਦੇ ਵਿੱਚ ਟੇਸਟ ਆਏਗਾ। ਥੋੜ੍ਹਾ ਜਿਹਾ ਪਾਣੀ ਦਾ ਛਿੱਟਾ ਲਾਵਾਂਗੇ ਤੇ ਇਹਨੂੰ ਭੁੰਨ ਲਾਂਗੇ ਅੱਛੇ ਤਰੀਕੇ ਦੇ ਨਾਲ। ਮਸਾਲਾ ਆਪਣਾ ਤਕਰੀਬਨ ਅੱਛੇ ਤਰੀਕੇ ਨਾਲ ਭੁੰਨ ਹੋ ਗਿਆ ਵਾ। ਦੇਖੋ ਮਾਸ਼ਾਅੱਲਾ ਜ਼ਬਰਦਸਤ ਜਿਹਾ ਭੁੰਨ ਹੋ ਗਿਆ ਮਸਾਲਾ। ਤੇ ਹੁਣ ਆਪਾਂ ਇਹਦੇ ਵਿੱਚ ਥੋੜ੍ਹੀ ਜਿਹੀ ਕਸੂਰੀ ਮੇਥੀ ਸ਼ਾਮਿਲ ਕਰਾਂਗੇ, ਮਸਲ ਕੇ ਬਿਲਕੁਲ ਫਰੈਸ਼ ਆ, ਤੇ ਇਹਨੂੰ ਸ਼ਾਮਿਲ ਕਰ ਦਿਆਂਗੇ। ਇਹਦੇ ਨਾਲ ਜ਼ਬਰਦਸਤ ਜਿਹਾ ਟੇਸਟ ਆ ਜਾਏਗਾ ਆਪਣੀ ਸਬਜ਼ੀ ਦੇ ਵਿੱਚ। ਮਸਾਲੇ ਦੀ ਅੱਛੇ ਤਰੀਕੇ ਨਾਲ ਭੁਨਾਈ ਹੋ ਗਈ ਆ ਤੇ ਹੁਣ ਮੈਂ ਇਹਦੇ ਵਿੱਚ 1 ਗਲਾਸ ਪਾਣੀ ਦਾ ਸ਼ਾਮਿਲ ਕਰ ਦਿੱਤਾ ਵਾ। ਪਾਣੀ ਨੂੰ ਇੱਕ ਬੋਇਲ ਦਿਲਵਾਵਾਂਗੇ, ਬਹੁਤ ਜ਼ਿਆਦਾ ਇਹਨੂੰ ਨਹੀਂ ਪਕਾਉਣਾ ਆਪਾਂ। ਲਿਡ ਲਾ ਦਿਆਂਗੇ ਥੋੜ੍ਹੀ ਦੇਰ ਵਾਸਤੇ ਤਾਂ ਕਿ ਪਾਣੀ ਨੂੰ ਜਿਹੜਾ ਨਾ ਬੋਇਲ ਜਲਦੀ ਆ ਜਾਵੇ। ਤਾਂ ਪਾਣੀ ਨੂੰ ਬੋਇਲ ਆ ਗਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਭਿੰਡੀਆਂ ਸ਼ਾਮਿਲ ਕਰ ਦੇਣੀਆਂ ਵਾ। ਕਦੀ ਤੁਸੀਂ ਇਸ ਤਰ੍ਹਾਂ ਕੋਈ ਰੈਸਪੀ ਬਣਾਈ ਨਹੀਂ ਹੋਏਗੀ, ਅੱਜ ਪਹਿਲੀ ਦਫਾ ਤੁਸੀਂ ਦੇਖ ਰਹੇ ਹੋਵੋਗੇ ਇਹ ਰੈਸਪੀ, ਲੇਕਿਨ ਇਹ ਰੈਸਪੀ ਬਹੁਤ ਹੀ ਮਜ਼ੇ ਦੀ ਆ। ਪਾਣੀ ਆਪਾਂ ਇਹਨੂੰ ਕਿਉਂ ਲਾਇਆ ਉਹ ਮੈਂ ਤੁਹਾਨੂੰ ਅੱਗੇ ਚੱਲ ਕੇ ਦੱਸਦੀ ਹਾਂ। ਮਿਕਸ ਕਰ ਦਾਂਗੇ ਅੱਛੇ ਤਰੀਕੇ ਦੇ ਨਾਲ। ਪਾਣੀ ਲਾਉਣ ਦੀ ਵਜ੍ਹਾ ਇਹ ਵਾ ਕਿ ਆਪਾਂ ਇਹਨੂੰ ਬੇਸਨ ਦੇ ਵਿੱਚ ਜਿਹੜਾ ਇਹਨੂੰ ਫਰਾਈ ਕੀਤਾ ਸੀ, ਜਾਂ ਉਸ ਤਰ੍ਹਾਂ ਹੀ ਮਸਾਲੇ ਦੇ ਵਿੱਚ ਪਾ ਦਿੰਦੇ ਤੇ ਉਹ ਭਿੰਡੀ ਦਾ ਨਾ ਇਹ ਕੁਰਕਰਾਪਨ ਜਿਹੜਾ ਵਾ ਥੋੜ੍ਹੀ ਸਖਤ ਜਿਹੀ ਹੋ ਜਾਣੀ ਸੀਗੀ ਬੇਸਨ ਦੀ ਵਜ੍ਹਾ ਤੋਂ। ਤੇ ਇਸ ਲਈ ਆਪਾਂ ਦੇਖੋ ਜਿਹੜਾ ਪਾਣੀ ਲਾਇਆ ਸੀ ਤਕਰੀਬਨ 1 ਤੋਂ 2 ਮਿੰਟ ਲੱਗਣਗੇ ਤੇ ਪਾਣੀ ਸਾਰਾ ਅੱਛੇ ਤਰੀਕੇ ਨਾਲ ਡਰਾਈ ਹੋ ਜਾਏਗਾ। ਤੇ ਜਿਹੜੀ ਭਿੰਡੀ ਆਪਣੀ ਫਰਾਈ ਕੀਤੀ ਹੋਈ ਹੈ, ਬੇਸਨ ਦੀ ਕੋਟਿੰਗ ਆ ਜਿਹੜੀ ਉਹ ਵੀ ਸਖਤ ਨਹੀਂ ਹੋਏਗੀ, ਉਹ ਨਰਮ ਹੀ ਰਹੇਗੀ ਤੇ ਬਹੁਤ ਹੀ ਮਜ਼ੇ ਦੀ ਲੱਗੇਗੀ। ਇਹ ਨਹੀਂ ਹੋਏਗਾ ਕਿ ਤੁਸੀਂ ਪਾਣੀ ਲਾ ਲਿਆ ਵਾ ਤੇ ਭਿੰਡੀ 'ਚ ਲੇਸ ਆ ਜਾਏਗੀ, ਭਿੰਡੀ 'ਚ ਲੇਸ ਬਿਲਕੁਲ ਵੀ ਨਹੀਂ ਆਏਗੀ। ਤੇ ਤੁਸੀਂ ਵੀਡੀਓ ਨੂੰ ਜ਼ਰੂਰ ਲਾਈਕ ਵੀ ਕਰਨਾ ਵਾ ਤੇ ਇਹਨੂੰ ਸ਼ੇਅਰ ਵੀ ਕਰਨਾ ਤੇ ਖੁਦ ਰੈਸਪੀ ਨੂੰ ਟਰਾਈ ਵੀ ਕਰਨਾ ਵਾ। ਬਹੁਤ ਹੀ ਮਜ਼ੇ ਦੀ ਬਣੇਗੀ ਤੇ ਬਹੁਤ ਹੀ ਆਸਾਨ ਜੀ ਰੈਸਪੀ ਹੈ, ਕਿਉਂਕਿ ਆਪਾਂ ਜਦੋਂ ਉਸ ਤਰ੍ਹਾਂ ਭਿੰਡੀ ਨੂੰ ਫਰਾਈ ਕਰਦੇ ਹਾਂ ਉਹਦੇ ਵਿੱਚ ਟਾਈਮ ਵੀ ਬਹੁਤ ਜ਼ਿਆਦਾ ਲੱਗਦਾ। ਤੇ ਜਦੋਂ ਇਸ ਤਰ੍ਹਾਂ ਤੁਸੀਂ ਬੇਸਨ ਦੀ ਕੋਟਿੰਗ ਦੇ ਨਾਲ ਭਿੰਡੀ ਨੂੰ ਫਰਾਈ ਕਰੋਗੇ ਤੇ ਬਹੁਤ ਹੀ ਜਲਦੀ ਤੁਹਾਡੀ ਜਿਹੜੀ ਭਿੰਡੀ ਆ ਉਹ ਫਰਾਈ ਹੋ ਜਾਏਗੀ। ਤੇ ਹੁਣ ਆਪਾਂ ਐਂਡ ਦੇ ਸਬਜ਼ ਧਨੀਆ ਤੇ ਬਾਰੀਕ ਕੱਟੀਆਂ ਹੋਈਆਂ ਜਿਹੜੀਆਂ ਸਬਜ਼ ਮਿਰਚਾਂ ਸ਼ਾਮਿਲ ਕਰ ਦਿੱਤੀਆਂ ਵਾ। ਥੋੜ੍ਹੀ ਦੇਰ ਵਾਸਤੇ ਲਿਡ ਲਾਵਾਂਗੇ ਤਾਂ ਕਿ ਸਾਰਾ ਟੇਸਟ ਜਿਹੜਾ ਵਾ ਇਹਦੇ ਵਿੱਚ ਹਰ ਚੀਜ਼ ਦੇ ਵਿੱਚ ਰਚ ਬਸ ਜਾਵੇ। ਸਬਜ਼ ਮਿਰਚਾਂ ਦਾ ਟੇਸਟ ਜਿਹੜਾ ਉਹ ਵੀ ਆਪਣੇ ਆਪ ਹੀ ਬਹੁਤ ਹੀ ਅੱਛੀ ਚੀਜ਼ ਆ, ਬਹੁਤ ਹੀ ਜ਼ਬਰਦਸਤ ਜੀ ਖੁਸ਼ਬੂ ਆਉਂਦੀ ਹੈ, ਟੇਸਟ ਵੀ ਬੜਾ ਜ਼ਬਰਦਸਤ ਆਉਂਦਾ। ਹੁਣ ਤੁਹਾਨੂੰ ਦਿਖਾਉਂਦੇ ਹਾਂ ਇਹਦੀ ਫਾਈਨਲ ਲੁੱਕ। ਤੇ ਦੇਖੋ ਮਾਸ਼ਾਅੱਲਾ ਜ਼ਬਰਦਸਤ ਜੀ ਭਿੰਡੀ ਦੀ ਜਿਹੜੀ ਰੈਸਪੀ ਆਪਣੀ ਤਿਆਰ ਹੋ ਗਈ ਹੈ। ਤੁਸੀਂ ਜ਼ਰੂਰ ਹੀ ਰੈਸਪੀ ਨੂੰ ਟਰਾਈ ਕਰਨਾ ਵਾ ਤੇ ਬਹੁਤ ਹੀ ਮਜ਼ੇ ਦੀ ਬਣੇਗੀ। ਦੇਖੋ ਮਾਸ਼ਾਅੱਲਾ ਕਿੰਨੀ ਜ਼ਬਰਦਸਤ ਲੁੱਕ ਆਈ ਆ।
ਇਹ ਮਾਸ਼ਾਅੱਲਾ ਰੈਸਪੀ ਦੀ ਫਾਈਨਲ ਲੁੱਕ। ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ। ਮਿਲਦੇ ਹਾਂ ਕਿਸੇ ਨੈਕਸਟ ਵੀਡੀਓ 'ਚ। ਉਦੋਂ ਤੱਕ ਲਈ ਅੱਲਾ ਹਾਫਿਜ਼।